ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਆਪ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਅੱਜ ਕੁਝ ਖਬਰਾਂ ਤੇ ਵਿਸਥਾਰ ਸਹਿਤ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ। ਇਹਦੇ ਨਾਲ ਹੀ ਇਸ ਤੋਂ ਪਹਿਲਾਂ ਕਿ ਅੱਜ ਕਿਹੜੀਆਂ ਖਬਰਾਂ ਨੂੰ ਆਧਾਰ ਬਣਾ ਕੇ ਮੈਂ ਗੱਲਬਾਤ ਕਰਾਂਗਾ, ਇਹ ਦੱਸਾਂ ਕੱਲ ਤੁਹਾਡੇ ਨਾਲ ਇੱਕ ਇਮੀਗ੍ਰੇਸ਼ਨ ਦੇ ਮੁਤਲਕ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜੇਕਰ ਹਾਲੇ ਤੱਕ ਤੁਸੀਂ ਨਹੀਂ ਵੇਖੀ, ਕਿਉਂਕਿ ਬਹੁਤ ਸਾਰੇ ਦਰਸ਼ਕ ਹੁੰਦੇ ਨੇ ਜਿਹੜੇ ਰੋਜ਼ਾਨਾ ਕਹਿੰਦੇ ਨੇ ਕਿ ਸਾਡੇ ਆਹ ਇਮੀਗ੍ਰੇਸ਼ਨ ਨੂੰ ਲੈ ਕੇ ਸਵਾਲ ਨੇ, ਉਹ ਜ਼ਰੂਰ ਵੇਖ ਵੀ ਲਿਓ ਤੇ ਅੱਗੇ ਸ਼ੇਅਰ ਕਰਨ ਦੀ ਕੋਸ਼ਿਸ਼ ਵੀ ਕਰਿਓ ਤਾਂ ਕਿ ਸਟੀਕ ਪੁਖਤਾ ਜਾਣਕਾਰੀ ਲਗਭਗ ਹਰ ਇੱਕ ਲੋੜਵੰਦ ਤੱਕ ਪੁੱਜਦੀ ਹੋ ਸਕੇ। ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਉਣਾ ਹੈ, ਉਹਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਭਾਵੇਂ ਇਸ ਕੋਨੇ ਰਹੀਏ ਜਾਂ ਇਸ ਕੋਨੇ ਰਹੀਏ, ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਉਹਨੂੰ ਬੋਲਣ ਦੀ ਆਜ਼ਾਦੀ ਹੋਵੇ। ਪਰ ਚੀਨ ਦੇ ਵਿੱਚੋਂ ਇੱਕ ਵਿਅਕਤੀ ਨੂੰ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟਾਉਣ ਦੇ ਬਦਲੇ 18 ਸਾਲ ਦੀ ਸਜ਼ਾ ਦੇ ਦਿੱਤੀ ਗਈ ਹੈ। ਕੋਈ ਛੋਟਾ ਮੋਟਾ ਵਿਅਕਤੀ ਨਹੀਂ ਸੀ, ਵੱਡਾ ਅਹੁਦਾ ਸੀ ਉਹਦੇ ਕੋਲ। ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਹਾਨੂੰ ਪਤਾ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਭਾਵੇਂ ਹਾਲੇ ਮੁਕੰਮਲ ਤੌਰ ਤੇ ਰਾਹਤ ਨਹੀਂ ਦਿੱਤੀ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਨੂੰ, ਪਰ ਉਹਨਾਂ ਨੇ ਇਹ ਆਖਿਆ ਸੀ ਕਿ ਇੰਨੇ ਹਫ਼ਤਿਆਂ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ, ਪਰ ਇਹਨਾਂ ਨੂੰ ਸਿੱਟ ਜੇਕਰ ਇਹਨਾਂ ਤੋਂ ਕੋਈ ਸਵਾਲ ਜਵਾਬ, ਕੋਈ ਜਾਂਚ ਪੜਤਾਲ ਕਰਨੀ ਚਾਹਵੇ ਤਾਂ ਮਦਦ ਦੇਣੀ ਪਏਗੀ। ਹੁਣ ਕੱਲ੍ਹ ਦਾ ਦਿਨ ਮੁਕਰਰ ਕਰ ਲਿਆ ਗਿਆ। ਸਮੇਦ ਸੈਣੀ ਨੂੰ ਥਾਣੇ ਵਿੱਚ ਸੱਦਿਆ ਗਿਆ। ਵੇਖਾਂਗੇ ਕਿ ਜਾਂਦੇ ਆ ਕਿ ਨਹੀਂ। ਕੁਝ ਕੁ ਮੰਦਭਾਗੀਆਂ ਖਬਰਾਂ ਵੀ ਨੇ। ਤੁਹਾਨੂੰ ਯਾਦ ਹੋਣਾ, ਲਗਭਗ 2 ਮਹੀਨੇ ਪਹਿਲਾਂ ਸਾਬਤ ਸੂਰਤ ਨੌਜਵਾਨ ਗਗਨਦੀਪ ਸਿੰਘ ਆਪਣੇ ਮਿੱਤਰਾਂ ਨਾਲ ਘੁੰਮਣ ਗਿਆ ਸੀ, ਪੈਰ ਤਿਲਕਿਆ ਸੀ, ਇੱਕ ਦਰਿਆ ਦੇ ਵਿੱਚ ਜਾ ਡਿੱਗਿਆ ਸੀ, ਪਰ ਲਾਸ਼ ਨਹੀਂ ਸੀ ਮਿਲੀ। ਖਬਰ ਮਿਲ ਰਹੀ ਹੈ ਕਿ 2 ਮਹੀਨਿਆਂ ਤੋਂ ਬਾਅਦ ਉਸ ਦੀ ਲਾਸ਼ ਮਿਲ ਗਈ ਹੈ। ਇਹਦੇ ਨਾਲ ਹੀ 2 ਹੋਰ ਮੰਦਭਾਗੀਆਂ ਖਬਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀਆਂ ਮਿਲੀਆਂ ਨੇ। ਦੋਵੇਂ ਕੈਨੇਡਾ ਦੀਆਂ ਨੇ। ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਹੋਈ ਹੈ ਐਕਸੀਡੈਂਟ ਹੋਣ ਦੇ ਕਾਰਨ, ਤੇ ਇੱਕ ਸਰੀ ਦੇ ਵਿੱਚੋਂ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਮੁੰਡਾ ਲਗਭਗ 19-20 ਦਾ ਸੀ, ਚੜ੍ਹਦੀ ਵਰੇਸ ਸੀ ਦੋਵਾਂ ਦੀ, ਤੇ ਉਹਨੇ ਆਤਮ ਹੱਤਿਆ ਕਰ ਲਈ ਹੈ। ਪਰ ਉਹਦੇ ਪਿਛਲੀ ਇੱਕ ਗੰਭੀਰ ਤੇ ਗਹਿਰਾਈ ਨਾਲ ਖਬਰ ਜਿਹੜੀ ਤੁਹਾਨੂੰ ਸਾਂਝੀ ਕਰਨੀ ਆ, ਉਹ ਬਹੁਤ ਅਹਿਮ ਹੈ। ਇਹਦੇ ਨਾਲ ਹੀ ਇੱਕ ਬਰਤਾਨੀਆ ਤੋਂ ਖਬਰ ਮਿਲ ਰਹੀ ਹੈ ਕਿ ਉੱਥੇ ਇੱਕ ਪੰਜਾਬੀ ਵਿਅਕਤੀ ਨੂੰ, ਜਿਹੜਾ ਟੈਕਸੀ ਚਲਾ ਰਿਹਾ ਸੀ, ਉਹਦੇ ਤੇ ਹਮਲਾ ਹੋਇਆ, ਉਹਦੀ ਦਾੜੀ ਕੱਟ ਦਿੱਤੀ ਗਈ, ਉਹਦੇ ਥੱਪੜ ਵੀ ਮਾਰੇ ਗਏ ਹੈ ਤੇ ਉਹਨੂੰ ਤਾਲਿਬਾਨ ਤੱਕ ਆਖਿਆ ਗਿਆ। ਇਹਦੇ ਨਾਲ ਹੀ ਅਗਲੀ ਇੱਕ ਦਿਲਚਸਪ ਖਬਰ ਜਾਪਾਨ ਦੀ ਹੈ। ਜਾਪਾਨ ਸਰਕਾਰ ਨੇ ਇੱਕ ਫੈਸਲਾ ਕਰ ਲਿਆ ਕਿ ਜਿਹੜਾ ਵੀ ਜੋੜਾ ਵਿਆਹ ਕਰਵਾਊ ਉਹਨੂੰ ਅਸੀਂ ਕੁਝ ਖਾਸ ਰਿਆਇਤ ਦੇਣੀ ਹੈ। ਤੇ ਤੋਹਫੇ ਕੀ ਦੇਣੇ ਨੇ, ਇਹ ਬਹੁਤ ਮਹੱਤਵਪੂਰਨ ਦੀ ਖਬਰ ਹੈ, ਖਾਸ ਕਰਕੇ ਜਾਪਾਨ ਦੇ ਵਾਸਤੇ। ਹੁਣ ਇਹਨਾਂ ਨੂੰ ਵਿਸਥਾਰ ਨਾਲ ਆਪਾਂ ਵਿਚਾਰਨਾ, ਗੱਲਬਾਤ ਕਰਨੀ ਹੈ, ਪਰ ਉਹਦੇ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਕਰ ਲਿਓ ਤੇ ਨਾਲ ਨੋਟੀਫਿਕੇਸ਼ਨ ਵਾਲੀ ਘੰਟੀ ਨੱਪਣੀ ਨਾ ਭੁੱਲਿਓ। ਇਹਦੇ ਨਾਲ ਹੀ ਜੇਕਰ ਇਹ ਜਾਣਕਾਰੀਆਂ ਚੰਗੀਆਂ ਲੱਗੀਆਂ, ਵੀਡੀਓ ਸ਼ੇਅਰ ਅਤੇ ਲਾਈਕ ਕਰਨ ਦੀ ਵੀ ਕਸਰ ਕੋਈ ਨਾ ਰੱਖਿਓ। ਤੁਹਾਡੇ ਸਹਿਯੋਗ ਦੀ ਬਹੁਤ ਵੱਡੇ ਪੱਧਰ ਤੇ ਪੈਮਾਨੇ ਤੇ ਜ਼ਰੂਰਤ ਹੈ। ਤੇ ਆਓ ਹੁਣ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਦਿਲਚਸਪ ਖਬਰ ਤੋਂ ਸ਼ੁਰੂ ਕਰ ਲੈਂਦੇ ਹਾਂ। ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਘਰ ਦੇ ਵਿੱਚ ਕਿਸੇ ਬੱਚੇ ਜਾਂ ਬੱਚੀ ਦੀ ਕਿਲਕਾਰੀ ਵੱਜਦੀ ਹੈ ਨਾ, ਉਸੇ ਦਿਨ ਤੋਂ ਮਾਪਿਆਂ ਨੂੰ ਹੁੰਦਾ, ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਹੁੰਦਾ ਕਿ ਕਦੋਂ ਇਹ ਇਸ ਬੱਚੇ ਜਾਂ ਬੱਚੀ ਦਾ ਵਿਆਹ ਕਰਨਗੇ। ਪਰ ਹੁਣ ਜਾਪਾਨ ਦੇ ਵਿੱਚੋਂ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਜਾਪਾਨ ਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਸੀ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਅਸਲ ਦੇ ਵਿੱਚ ਉੱਥੇ ਵਿਆਹ ਕਰਵਾਉਂਦੇ ਹੀ ਨਹੀਂ। ਉਹਨਾਂ ਦੇ ਕਾਰਨ ਵੱਖੋ ਵੱਖਰੇ ਹੋ ਸਕਦੇ ਆ। ਜਾਪਾਨ ਦੇ ਵਿੱਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਨੌਜਵਾਨ ਪਨੀਰੀ ਵਿਆਹ ਨਹੀਂ ਕਰਾ ਰਹੀ। ਜੇ ਵਿਆਹ ਕਰਵਾ ਰਹੀ ਹੈ ਤੇ ਉਹਨਾਂ ਦੇ ਘਰ ਬੱਚੇ ਪੈਦਾ ਨਹੀਂ ਹੋ ਰਹੇ। ਇਸ ਕਰਕੇ ਜਾਪਾਨ ਸਰਕਾਰ ਨੇ ਆਖਿਆ ਕਿ ਜਿਹੜਾ ਵੀ ਜੋੜਾ ਹੁਣ ਵਿਆਹ ਕਰਵਾਊ ਉਹਨੂੰ ਅਸੀਂ ਆਰਥਿਕ ਮਦਦ ਦਿਆਂਗੇ ਤਾਂ ਕਿ ਉਹਨਾਂ ਦੀ ਬਿਹਤਰ ਜ਼ਿੰਦਗੀ ਦੀ ਸ਼ੁਰੂਆਤ ਹੋ ਸਕੇ। ਹੁਣ ਜਾਪਾਨ ਸਰਕਾਰ ਨੇ ਫਿਰ ਇਹ ਮਦਦ ਕਿਸ ਤਰ੍ਹਾਂ ਦੀ ਐਲਾਨ ਕੀਤਾ? ਉਹਨਾਂ ਨੇ ਕਿਹਾ ਕਿ ਜਿਹੜਾ ਵੀ ਜੋੜਾ ਵਿਆਹ ਕਰਵਾਊ ਉਹਨੂੰ 4,20,000 ਰੁਪਏ ਵਿਆਹ ਕਰਨ ਤੋਂ ਬਾਅਦ ਦਿੱਤੇ ਜਾਣਗੇ। ਹੁਣ ਜਾਪਾਨ ਸਰਕਾਰ ਅਸਲ ਦੇ ਵਿੱਚ ਜਿਹੜੀ ਉੱਥੇ ਪੈਦਾਇਸ਼ ਦੀ ਕਮੀ ਹੈ ਜਾਂ ਜਿਹੜੇ ਲੋਕ ਵਿਆਹ ਨਹੀਂ ਕਰਵਾਉਂਦੇ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਬਾਰੇ, ਜਾਪਾਨ ਦੇ ਵਿੱਚ ਬੱਚਿਆਂ ਦੀ ਜਨਮ ਦਰ ਵਧਾਉਣ ਦੇ ਬਾਬਤ, ਕਿਉਂਕਿ ਉੱਥੇ ਜਨਮ ਦਰ ਬੱਚਿਆਂ ਦੀ ਇੱਕ ਚਿੰਤਾ ਦਾ ਵਿਸ਼ਾ ਹੈ, ਉੱਥੇ ਨਵੇਂ ਵਿਆਹੇ ਜੋੜਿਆਂ ਨੂੰ ਜ਼ਿੰਦਗੀ ਦੀ ਬਿਹਤਰ ਸ਼ੁਰੂਆਤ ਦੇ ਵਾਸਤੇ ਇਹ ਪੈਸੇ ਦਿੱਤੇ ਜਾਣੇ ਨੇ। ਇਸ ਵਾਸਤੇ ਜਾਪਾਨ ਦੀ ਸਰਕਾਰ ਨੇ ਇਸ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਪਰ ਇਹ ਜਿਹੜੀ ਸਕੀਮ ਇਸ ਸਾਲ ਤੋਂ ਸ਼ੁਰੂ ਨਹੀਂ ਹੋ ਰਹੀ,
ਜਿਹੜੇ ਵੀ ਜੋੜੇ ਵਿਆਹ ਕਰਵਾਉਣਗੇ ਇਹ ਸਕੀਮ ਅਗਲੇ ਵਰੇ ਦੇ ਅਪ੍ਰੈਲ ਮਹੀਨੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਜਾਪਾਨ ਦੇ ਵਿੱਚ ਜਾਂ ਤਾਂ ਲੋਕ ਦੇਰੀ ਨਾਲ ਵਿਆਹ ਕਰਵਾਉਂਦੇ ਨੇ ਜਾਂ ਕਰਵਾਉਂਦੇ ਹੀ ਨਹੀਂ, ਜੇ ਕਰਵਾਉਂਦੇ ਤਾਂ ਬੱਚੇ ਪੈਦਾ ਨਹੀਂ ਕਰਦੇ। ਇਹ ਸਾਰਾ ਸਿਸਟਮ ਠੀਕ ਕਰਨ ਦੇ ਵਾਸਤੇ ਜਾਪਾਨ ਸਰਕਾਰ ਨੇ, ਉੱਥੋਂ ਦੀ ਕੈਬਨਿਟ ਨੇ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਹੈ ਤਾਂ ਕਿ ਆਮ ਲੋਕਾਂ ਨੂੰ, ਨੌਜਵਾਨ ਪੀੜ੍ਹੀ ਨੂੰ ਵਿਆਹ ਕਰਵਾਉਣ ਦੇ ਵਾਸਤੇ ਉਤਸ਼ਾਹਿਤ ਕੀਤਾ ਜਾ ਸਕੇ। ਹੁਣ ਜੇਕਰ ਉੱਥੇ ਇਹ ਕਾਨੂੰਨ ਜਾਂ ਇਸ ਗੱਲ ਦੇ ਉੱਤੇ ਮੋਹਰ ਲੱਗਣ ਤੋਂ ਬਾਅਦ ਬੱਚੇ ਵਿਆਹ ਕਰਵਾਉਂਦੇ ਆ ਤਾਂ ਉਹਨਾਂ ਵਾਸਤੇ ਕਿ ਇਹ ਪੈਸੇ ਮਿਲਣੇ ਕਿਹਨੂੰ ਨੇ, ਵਿਆਹ ਦੀ ਰਜਿਸਟਰਡ ਤਾਰੀਖ ਕਿਹੜੀ ਹੋਏਗੀ ਤੇ ਉਹਨਾਂ ਦੀ ਉਮਰ ਕੀ ਚਾਹੀਦੀ ਹੈ, ਇਹਦੇ ਵਾਸਤੇ ਵੀ ਵੱਖੋ ਵੱਖਰਾ ਇਸ ਦੇ ਵਿੱਚ ਪੈਮਾਨਾ ਸੈੱਟ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਘੱਟੋ ਘੱਟ ਉਮਰ 40 ਵਰ੍ਹਿਆਂ ਦੀ ਹੋਣੀ ਚਾਹੀਦੀ ਹੈ ਜਿਸ ਦਿਨ ਵਿਆਹ ਰਜਿਸਟਰਡ ਕਰਵਾਇਆ, ਤੇ ਕੁੱਲ ਆਮਦਨ ਉਹਨਾਂ ਦੀ 38 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਉਹੀ ਇਸ ਰਕਮ ਨੂੰ, ਰਾਸ਼ੀ ਨੂੰ ਇਸ ਪ੍ਰੋਗਰਾਮ ਦੇ ਹਿੱਸੇਦਾਰ ਜਾਂ ਭਾਗੀਵਾਲ ਹੋ ਸਕਣਗੇ। ਇਹਦੇ ਨਾਲ ਹੀ ਜਿਹੜੇ 35 ਸਾਲ ਦੀ ਉਮਰ ਵਾਲੇ ਲੋਕ ਹੋਣਗੇ ਉਹਨਾਂ ਵਾਸਤੇ ਕੁਝ ਨਿਯਮ ਹੋਰ ਨੇ। ਉਹਨਾਂ ਦੀ ਆਮਦਨ ਜੇਕਰ 33 ਲੱਖ ਰੁਪਏ ਹੈ ਤਾਂ ਉਹਨਾਂ ਨੂੰ 2 ਲੱਖ ਤੇ 10,000 ਰੁਪਏ ਦਿੱਤੇ ਜਾਣਗੇ। ਅਸਲ ਦੇ ਵਿੱਚ ਇਹ ਜਿਹੜਾ ਸਰਕਾਰੀ ਪ੍ਰੋਗਰਾਮ ਬੱਚਿਆਂ ਦੀ ਜਿਹੜੀ ਜਨਮ ਦਰ ਹੈ ਉਹਨੂੰ ਵਧਾਉਣ ਦੀ ਇੱਕ ਕੋਸ਼ਿਸ਼ ਆਖਿਆ ਜਾ ਸਕਦਾ ਹੈ। ਉੱਥੇ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਇੱਕ ਜੀਵਨ ਕਾਲ ਦੇ ਦੌਰਾਨ ਬੱਚੇ ਪੈਦਾ ਕਰਨ ਦੀ ਜਿਹੜੀ ਦਰ ਹੈ ਇੱਕ ਬੀਬੀਆਂ ਦੀ ਜਦੋਂ ਔਸਤ ਕੱਢੀਗੀ ਉਹ ਲਗਭਗ ਇੱਕ ਬੱਚਾ ਜਾਂ 1.36% ਸਾਲ 2019 ਦੇ ਵਿੱਚ ਆਈ, ਤੇ ਪੂਰੇ ਜਾਪਾਨ ਦੇ ਵਿੱਚ 8 ਲੱਖ ਤੇ 65,000 ਬੱਚਿਆਂ ਦਾ ਜਨਮ ਹੋਇਆ। ਉੱਥੋਂ ਦਾ ਰਿਕਾਰਡ ਦੱਸਦਾ ਹੈ ਕਿ ਇਹ ਜਨਮ ਦਰ ਬਹੁਤ ਘੱਟ ਅੰਕੜਾ ਹੈ। ਇੱਕ ਸਾਲ ਦੀ ਜਨਮ ਦਰ ਤੁਲਨਾ ਦੇ ਵਿੱਚ ਜਦੋਂ ਮੌਤਾਂ ਦਾ ਅੰਕੜਾ ਹੈ ਤਾਂ 5,50,000 ਦਾ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਫਰਕ ਨੋਟ ਕੀਤਾ ਗਿਆ। ਇਸੇ ਜਨਮ ਅਤੇ ਮੌਤ ਦੇ ਅੰਕੜੇ ਨੂੰ ਘਟਾਉਣ ਦੇ ਵਾਸਤੇ ਹੁਣ ਜਾਪਾਨ ਸਰਕਾਰ ਨੇ ਇਹ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਜਾਪਾਨ ਦੀ ਕੁੱਲ ਆਬਾਦੀ 12.68 ਕਰੋੜ ਹੈ। ਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਐਂਡ ਸੋਸਾਇਟੀ ਸਿਕਿਉਰਿਟੀ ਰਿਸਰਚ ਦਾ ਇੱਕ ਸਰਵੇ ਹੈ, ਉਹਦੇ ਮੁਤਾਬਕ ਸਾਲ 2015 ਦੇ ਵਿੱਚ 29.1% ਆਦਮੀ ਅਤੇ 17.8% ਔਰਤਾਂ ਜਿਨ੍ਹਾਂ ਦੀ ਉਮਰ 25 ਤੋਂ 34 ਦੇ ਦਰਮਿਆਨ ਸੀ, ਪੈਸਿਆਂ ਦੀ ਕਮੀ ਦੇ ਕਾਰਨ ਉਹਨਾਂ ਨੇ ਵਿਆਹ ਹੀ ਨਹੀਂ ਕਰਵਾਇਆ। ਇਸ ਕਰਕੇ ਹੁਣ ਸਰਕਾਰ ਸੋਚਦੀ ਹੈ ਕਿ ਸ਼ਾਇਦ ਹੋ ਸਕਦਾ ਕਿ ਬਹੁਤ ਸਾਰੇ ਬੱਚੇ ਇਸ ਕਰਕੇ ਵਿਆਹ ਨਹੀਂ ਕਰਵਾਉਂਦੇ ਕਿਉਂਕਿ ਉਹਨਾਂ ਕੋਲ ਵਿਆਹ ਕਰਵਾਉਣ ਵਾਸਤੇ ਪੈਸੇ ਨਹੀਂ ਹੁੰਦੇ। ਇਹ ਸਿਰਫ ਇਕੱਲਾ ਜਾਪਾਨ ਨਹੀਂ, ਇਹਦੇ ਤੋਂ ਪਹਿਲਾਂ ਇਟਲੀ ਦੇ ਵਿੱਚ ਵੀ ਹਰੇਕ ਜੋੜੇ ਨੂੰ ਇੱਕ ਬੱਚਾ ਪੈਦਾ ਹੋਣ ਤੇ 70,000 ਰੁਪਏ ਦਿੱਤੇ ਜਾਂਦੇ ਨੇ। ਇਹਦੇ ਇਲਾਵਾ ਯੂਰਪੀ ਮੁਲਕ ਐਸਟੋਨੀਆ, ਉੱਥੇ ਵੀ ਜਨਮ ਦਰ ਵਧਾਉਣ ਦੇ ਵਾਸਤੇ ਨੌਕਰੀ ਕਰਨ ਵਾਲਿਆਂ ਨੂੰ 1.5 ਸਾਲ ਤੱਕ ਤਨਖਾਹ ਪੂਰੀ ਦੇ ਨਾਲ ਛੁੱਟੀ ਦਿੱਤੀ ਜਾਂਦੀ ਹੈ ਤਾਂ ਕਿ ਇਹ ਨਾ ਹੋਵੇ ਕਿ ਜੋੜੇ ਬੱਚੇ ਨਾ ਪੈਦਾ ਕਰਨ ਕਿ ਆਪਣੀ ਨੌਕਰੀ ਜਾਂਦੀ ਰਹੇਗੀ। ਇਹਦੇ ਇਲਾਵਾ 3 ਬੱਚਿਆਂ ਵਾਲੇ ਪਰਿਵਾਰ ਨੂੰ ਹਰ ਮਹੀਨੇ 25,000 ਰੁਪਏ ਦਾ ਉੱਥੇ ਬੋਨਸ ਦਿੱਤਾ ਜਾਂਦਾ। ਈਰਾਨ ਦੇ ਵਿੱਚ ਸਾਰੇ ਹਸਪਤਾਲਾਂ ਅਤੇ ਮੈਡੀਕਲ ਕੇਂਦਰਾਂ ਦੇ ਵਿੱਚ ਕਿਸੇ ਵੀ ਆਦਮੀ ਦੀ ਨਸਬੰਦੀ ਕਰਵਾਉਣ ਤੇ ਪਾਬੰਦੀ ਹੈ। ਈਰਾਨ ਦੇ ਵਿੱਚ ਇਹ ਆਖਿਆ ਹੋਇਆ ਸਰਕਾਰ ਵੱਲੋਂ ਕਿ ਵੱਧ ਤੋਂ ਵੱਧ ਬੱਚੇ ਪੈਦਾ ਕੀਤੇ ਜਾਣ ਤੇ ਜਿਹੜਾ ਪਰਿਵਾਰ ਵਾਧੂ ਬੱਚੇ ਪੈਦਾ ਕਰਦਾ ਹੈ ਉਹਨੂੰ ਜ਼ਿਆਦਾ ਰਾਸ਼ਨ ਵੀ ਦਿੱਤਾ ਜਾਂਦਾ ਹੈ। ਇਸੇ ਚੀਜ਼ ਨੂੰ ਹੁਣ ਬੱਚਿਆਂ ਦੀ ਦਰ ਨੂੰ ਵਧਾਉਣ ਦੇ ਵਾਸਤੇ ਜਾਪਾਨ ਸਰਕਾਰ ਨੇ ਇੱਕ ਨਵਾਂ ਫਾਰਮੂਲਾ ਤਿਆਰ ਕੀਤਾ ਹੈ। ਦੋਸਤੋ, ਇਹ ਇੱਕ ਦਿਲਚਸਪ ਖਬਰ ਸੀ, ਪਰ ਇਹਦੇ ਨਾਲ ਹੀ ਚੀਨ ਵਾਲੇ ਪਾਸੇ ਨੂੰ ਰੁਖ ਕਰਦੇ ਹਾਂ। ਚੀਨ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਸਾਲ 2012 ਦੇ ਵਿੱਚ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਹੁਦਾ ਸੰਭਾਲਿਆ, ਸੱਤਾ ਸੰਭਾਲੀ। ਉਹਦੇ ਤੋਂ ਬਾਅਦ ਲਗਾਤਾਰ ਸਿਵਲ ਸੁਸਾਇਟੀ ਦੇ ਬੋਲਣ ਦੇ ਉੱਤੇ ਲਗਾਤਾਰ ਪਾਬੰਦੀਆਂ ਲੱਗਦੀਆਂ ਜਾ ਰਹੀਆਂ ਨੇ। ਭਾਵੇਂ ਭਾਰਤ 'ਚ ਹੋਈਏ, ਕੈਨੇਡਾ 'ਚ ਹੋਈ ਹੈ ਜਾਂ ਦੁਨੀਆ ਦੇ ਕਿਸੇ ਹੋਰ ਹਿੱਸੇ ਵਿੱਚ ਹੋਈ, ਹਰ ਕੋਈ ਵਿਅਕਤੀ ਚਾਹੁੰਦਾ ਹੈ ਕਿ ਬੋਲਣ ਦੀ ਉਹਨੂੰ ਆਜ਼ਾਦੀ ਹੋਵੇ। ਪਰ ਹੁਣ ਉੱਥੋਂ ਦਾ ਅਖਬਾਰ, ਉੱਥੋਂ ਦਾ ਮੀਡੀਆ ਲਗਭਗ ਸਾਰਾ ਸਰਕਾਰ ਦੀ ਬੋਲੀ ਬੋਲਦਾ। ਹੁਣ ਅਸਲ ਦੇ ਵਿੱਚ ਉੱਥੇ ਇੱਕ ਵਿਅਕਤੀ ਜਿਹੜੇ ਇਸ ਵਕਤ 69 ਵਰ੍ਹਿਆਂ ਤੇ ਨਾ ਉਹਨਾਂ ਦਾ ਰੇਨ ਝਿੱਕੀਯਾਂਗ, ਇੱਕ ਸਰਕਾਰੀ ਅਹੁਦੇ ਤੇ ਵੱਡੇ ਅਸਰ ਰਸੂਖ ਵਾਲੇ ਰੁਤਬੇ ਤੇ ਸੀ, ਉਹਨਾਂ ਨੇ ਇੱਕ ਆਨਲਾਈਨ ਲੇਖ ਦੇ ਵਿੱਚ ਸਿਰਫ ਇਹ ਖੁਲਾਸਾ ਕਰ ਦਿੱਤਾ ਕਿ ਕੋਵਿਡ-19 ਨੂੰ ਲੈ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ, ਜਿਵੇਂ ਅਮਰੀਕੀ ਲੋਕ ਕਹਿੰਦੇ ਆ ਨਾ ਬਹੁ ਗਿਣਤੀ ਵਿੱਚ ਕਿ ਸਾਡੇ ਰਾਸ਼ਟਰਪਤੀ ਸਾਹਿਬ ਨੇ ਬਹੁਤਾ ਧਿਆਨ ਨਹੀਂ ਦਿੱਤਾ ਪਹਿਲਾਂ ਕੋਵਿਡ-19 ਦੇ ਬਾਬਤ, ਉਹਨੇ ਵੀ ਆਪਣੇ ਲੇਖ ਦੇ ਵਿੱਚ ਇਹੀ ਆਖ ਦਿੱਤਾ। ਆਨਲਾਈਨ ਲੇਖ ਉਹਨਾਂ ਦਾ ਪ੍ਰਕਾਸ਼ਿਤ ਹੋਇਆ ਸੀ, ਪਬਲਿਸ਼ ਹੋਇਆ ਸੀ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਵਿਡ-19 ਵੱਲ ਉਚੇਚਾ ਧਿਆਨ ਨਹੀਂ ਦਿੱਤਾ, ਸਹੀ ਤਰੀਕੇ ਨਾਲ ਇਸ ਬਿਮਾਰੀ ਨੂੰ ਹੈਂਡਲ ਨਹੀਂ ਕੀਤਾ। ਬਸ ਇਹਦੇ ਤੋਂ ਬਾਅਦ ਮਾਰਚ ਮਹੀਨੇ ਤੋਂ ਬਾਅਦ ਉਹ ਕਿਤੇ ਬਹੁਤੇ ਨਜ਼ਰ ਨਹੀਂ ਸੀ ਆਏ। ਪਤਾ ਨਹੀਂ ਸੀ ਲੱਗਦਾ ਉਹਨਾਂ ਦੇ ਨੇੜਲਿਆਂ ਨੂੰ ਵੀ, ਸੰਬੰਧੀਆਂ ਨੂੰ ਵੀ ਕਿ
ਰੇਨ ਝਿੱਕੀ ਜਾਂਗ ਅਸਲ ਦੇ ਵਿੱਚ ਗਾਇਬ ਕਿਉਂ ਨੇ? ਜਿੱਥੇ ਉਹਨਾਂ ਦੀ ਨੌਕਰੀ ਖੁੱਸੀ ਹੈ, ਜਿੱਥੇ ਉਹਨਾਂ ਦਾ ਰੁਤਬਾ ਖੁੱਸਿਆ ਹੈ, ਉੱਥੇ ਅੱਜ ਚੀਨ ਦੀ ਇੱਕ ਅਦਾਲਤ ਨੇ ਉਹਨਾਂ ਨੂੰ 18 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਦੋਸ਼ ਉਹਦੇ ਦੇਖੋ ਕੀ ਲੱਗੇ ਹੈ। ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਗਿਆ, ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਗਿਆ, ਰਿਸ਼ਵਤਖੋਰੀ ਦਾ ਦੋਸ਼ ਲਾਇਆ ਗਿਆ। ਇਹ ਕੁਝ ਦੋਸ਼ਾਂ ਦੇ ਅਧੀਨ ਚੀਨ ਦੀ ਅਦਾਲਤ ਨੇ ਆਪਣੀ ਆਵਾਜ਼ ਲੋਕਾਂ ਤੱਕ ਪੁੱਜਦੀ ਕਰਨ ਦੇ ਲਈ 18 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਹੁਣ ਆਮ ਤੌਰ ਤੇ ਦੇਖਣਾ ਬਣਦਾ ਹੈ ਕਿ ਕੀ ਸਿਰਫ ਇਹ ਚੀਨ ਦੇ ਵਿੱਚ ਹੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਜਾਂ ਕੁਝ ਹੋਰ ਮੁਲਕਾਂ ਵਿੱਚ ਵੀ ਬੰਦ ਕੀਤੀ ਜਾ ਰਹੀ ਹੈ। ਪਰ ਜੇ ਸੱਚੀ ਮੁੱਚੀ ਇੰਜ ਕਿਸੇ ਵੀ ਮੁਲਕ ਵਿੱਚ ਹੋ ਰਿਹਾ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਬਹੁਤ ਮੰਦਭਾਗੀ ਖਬਰ ਹੈ ਕਿ ਆਵਾਜ਼, ਜਿਸ ਨੂੰ ਅਸੀਂ ਕਹਿੰਦੇ ਫਰੀडम ਆਫ ਸਪੀਚ, ਜਿਹੜਾ ਮਨੁੱਖ ਦਾ ਜੱਦੀ ਪੁਸ਼ਟੀ ਹੱਕ ਹੈ, ਮੌਲਿਕ ਅਧਿਕਾਰ ਹੈ, ਉਹਦੇ ਉੱਤੇ ਡਾਕੇ ਬਹੁਤ ਸਾਰੇ ਮੁਲਕਾਂ ਵਿੱਚ ਪੈ ਰਹੇ ਨੇ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਤੁਹਾਨੂੰ ਯਾਦ ਹੋਣਾ ਹੈ ਕਿ ਗਗਨਦੀਪ ਸਿੰਘ ਕੈਲਗਰੀ ਵਿੱਚ ਰਹਿੰਦੇ ਸੀ, ਕੈਲਗਰੀ ਵਿੱਚ ਹੀ ਪੜ੍ਹੇ ਸੀ। 25 ਜੁਲਾਈ ਵਾਲੇ ਦਿਨ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਸ ਸਾਬਤ ਸੂਰਤ ਦਸਤਾਰਧਾਰੀ ਸਿੱਖ ਨੌਜਵਾਨ ਦੀ ਫੋਟੋ ਦੇਖੀ ਹੋਣੀ ਹੈ। ਅਸਲ ਦੇ ਵਿੱਚ ਉਸ ਵਕਤ ਵੀ ਇਹ ਆਪਣੇ ਦੋਸਤਾਂ ਮਿੱਤਰਾਂ ਨਾਲ ਘੁੰਮਣ ਗਏ। ਫੋਟੋ ਖਿਚਵਾਉਂਦੇ ਫੋਟੋ ਖਿੱਚਣ ਤੋਂ ਬਾਅਦ ਜਿਹੜੇ ਨੌਜਵਾਨ ਨੇ ਇਹਨਾਂ ਦੇ ਨਾਲ ਦੇ ਨੇ ਫੋਟੋ ਖਿੱਚੀ ਸੀ, ਫੋਟੋ ਖਿੱਚਣ ਤੋਂ ਬਾਅਦ ਜਿੱਥੇ ਗਗਨਦੀਪ ਸਿੰਘ ਖੜਾ ਸੀ ਉਧਰ ਨੂੰ ਨਜ਼ਰ ਮਾਰੀ, ਗਗਨਦੀਪ ਸਿੰਘ ਨਜ਼ਰ ਨਹੀਂ ਸੀ ਆਇਆ। ਪੈਰ ਤਿਲਕਿਆ ਸੀ ਤੇ ਉਸ ਦਰਿਆ ਦੇ ਵਿੱਚ ਜਾ ਡਿੱਗਿਆ ਸੀ। ਲਗਾਤਾਰ ਕਈ ਦਿਨ ਰੈਸਕਿਊ ਟੀਮਾਂ ਲੱਗੀਆਂ ਰਹੀਆਂ ਤੇ ਆਖਰਕਾਰ ਹੱਥ ਖੜੇ ਕਰ ਦਿੱਤੇ ਸਨ। ਤੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਮਾਪੇ ਵੀ ਵਿਲਕ ਰਹੇ ਸਨ, ਦੋਸਤ ਮਿੱਤਰ ਵੀ ਵਿਲਕ ਰਹੇ ਸਨ। ਕੈਲਗਰੀ ਦਾ ਮੈਂ ਦੌਰਾ ਕੀਤਾ ਸੀ, ਗੁਰਦੁਆਰਾ ਸਾਹਿਬ ਵਾਲੇ ਵੀ ਦੱਸ ਰਹੇ ਸੀ, ਹੋਰ ਵੀ ਇਹਦੇ ਸੰਬੰਧੀ ਵੀ ਦੱਸ ਰਹੇ ਸੀ, ਦੋਸਤ ਵੀ ਦੱਸ ਰਹੇ ਸੀ ਕਿ ਗਗਨਦੀਪ ਬਹੁਤ ਨੇਕ ਇਨਸਾਨ ਸੀ, ਰੱਬ ਦਾ ਨਾਂ ਲੈਣ ਵਾਲਾ ਇਨਸਾਨ ਸੀ, ਨੌਜਵਾਨ ਸੀ। ਪਰ ਹੁਣ 2 ਮਹੀਨਿਆਂ ਤੋਂ ਬਾਅਦ ਇਸ ਨੌਜਵਾਨ ਦੀ ਲਾਸ਼ ਮਿਲ ਗਈ ਹੈ। ਰਾਇਲ ਕੈਨੇਡੀਅਨ ਪੁਲਿਸ ਅਤੇ ਅਲਬਰਟਾ ਕਨਵਰਸੇਸ਼ਨ ਅਧਿਕਾਰੀ ਨੇ ਦੱਸਿਆ ਕਿ ਇਸ ਵਿਅਕਤੀ ਦੀ ਲਾਸ਼ ਮਿਲੀ ਹੈ। ਸਿਰਫ 23 ਵਰ੍ਹਿਆਂ ਦਾ ਇਹ ਨੌਜਵਾਨ ਸੀ, ਕੈਲਗਰੀ ਦਾ ਰਹਿਣ ਵਾਲਾ ਸੀ ਅਤੇ ਕੈਲਗਰੀ ਦੇ ਵਿੱਚੋਂ ਹੀ ਇਹਨਾਂ ਨੇ ਸਲਾਹ ਕੀਤੀ ਸੀ ਤੇ ਘੁੰਮਣ ਚਲੇ ਗਏ। ਤਸਵੀਰ ਖਿਚਵਾਉਂਦੇ ਦਾ ਪੈਰ ਤਿਲਕਿਆ, ਨਦੀ ਵਿੱਚ ਡਿੱਗਿਆ ਤੇ ਇਹ ਮੰਦਭਾਗੀ ਘਟਨਾ ਵਾਪਰੀ ਸੀ। ਗਗਨਦੀਪ ਸਿੰਘ ਨੇ ਕੈਲਗਰੀ ਦੇ ਬੋ ਵੈਲੀ ਕਾਲਜ ਤੋਂ ਪੜ੍ਹਾਈ ਕੀਤੀ ਸੀ ਤੇ ਇੱਕ ਮੈਡੀਕਲ ਦਫ਼ਤਰ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਕੰਮ ਕਰਿਆ ਕਰਦਾ ਸੀ। ਬੜੀ ਦੁਖਦਾਇਕ ਖਬਰ ਸੀ। ਇਸ ਤਰ੍ਹਾਂ ਇੱਕ ਸੁਪਨੇ ਸਜਾ ਕੇ ਕੈਨੇਡਾ ਦੀ ਧਰਤ ਤੇ ਆਇਆ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਹੋਵੇ। ਤੇ ਹੁਣ ਇਸ ਨੌਜਵਾਨ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਇੱਕ ਵਾਰੀ ਫੇਰ ਭੇਂਟ ਕਰਦੇ ਹਾਂ। ਤੇ ਇਹ ਵੀ ਪਤਾ ਲੱਗਿਆ ਸੀ ਕਿ ਪਰਿਵਾਰ ਵਾਲੇ ਇਸ ਤਰ੍ਹਾਂ ਦੀ ਖਬਰ ਦੀ ਉਡੀਕ ਨਹੀਂ ਸੀ ਕਰ ਰਹੇ। ਇਸ ਖਬਰ ਨੇ ਤਾਂ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਸੀ। ਦਰਅਸਲ ਉਹ ਗਗਨਦੀਪ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ। ਗਗਨਦੀਪ ਨੇ ਪੰਜਾਬ ਵਿਆਹ ਕਰਵਾਉਣ ਵਾਸਤੇ ਜਾਣਾ ਸੀ, ਪਰ ਇਹ ਸ਼ਾਇਦ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ। ਪਰ ਖੈਰ, ਹੁਣ ਆਖਰੀ ਦਰਸ਼ਨ ਇਸ ਤੇ ਪਰਿਵਾਰਕ ਮੈਂਬਰ ਕਰ ਸਕਣਗੇ। ਲੰਬੀ ਜੱਦੋ-ਜਹਿਦ ਤੋਂ ਬਾਅਦ ਲਾਸ਼ ਬਰਾਮਦ ਹੋ ਗਈ ਹੈ। ਅਗਲੀ ਖਬਰ ਵੀ ਕੋਈ ਬਹੁਤੀ ਵਧੀਆ ਖਬਰ ਨਹੀਂ। ਪ੍ਰਭਦੀਪ ਸਿੰਘ, ਇਹ ਵੀ ਇੱਕ ਇੰਟਰਨੈਸ਼ਨਲ ਸਟੂਡੈਂਟ ਜਿਸ ਦਾ ਪਿਛਲਾ ਪਿੰਡ ਸ਼ਾਹਕੋਟ ਦੱਸਿਆ ਜਾ ਰਿਹਾ ਹੈ, ਪੜ੍ਹਨ ਵਾਸਤੇ ਆਇਆ ਸੀ। ਇੱਕ ਸੜਕ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਵੀ ਮੌਤ ਹੋਈ ਹੈ। ਨੌਜਵਾਨ ਦੇ ਪਿਤਾ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਲਗਭਗ 9 ਮਹੀਨੇ ਹੋਏ ਸੀ ਆਏ ਨੂੰ ਕੈਨੇਡਾ ਦੇ ਵਿੱਚ। ਤੁਸੀਂ ਦੇਖੋ ਕਿ ਜਿਸ ਤਰ੍ਹਾਂ ਗਗਨਦੀਪ ਦੇ ਮਾਪਿਆਂ ਨੇ ਗਗਨਦੀਪ ਨੂੰ ਤੋਰਿਆ ਹੋਣਾ, ਗਗਨਦੀਪ ਨੂੰ ਤਾਂ ਖੈਰ ਕਈ ਵਰ੍ਹੇ ਹੋ ਗਏ ਸਨ, ਪਰ ਇਸ ਪ੍ਰਭਦੀਪ ਨੂੰ ਸਿਰਫ 9 ਮਹੀਨੇ ਦਾ ਸਮਾਂ ਹੋਇਆ ਸੀ ਕੈਨੇਡਾ ਵਿੱਚ ਆਇਆ। ਲਗਭਗ 20 ਵਰ੍ਹਿਆਂ ਦੀ ਇਸ ਦੀ ਉਮਰ ਸੀ। ਕੈਨੇਡਾ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇਹ ਨੌਜਵਾਨ ਬਿਜ਼ਨਸ ਦੀ ਪੜ੍ਹਾਈ ਕਰ ਰਿਹਾ ਸੀ। NIC ਨਾਰਥ ਆਈਲੈਂਡ ਕਾਲਜ ਦੇ ਵਿੱਚ ਪੜ੍ਹ ਰਿਹਾ ਸੀ ਤੇ ਬੀਤੇ ਸ਼ੁੱਕਰਵਾਰ ਨੂੰ ਇਹ ਮੰਦਭਾਗੀ ਘਟਨਾ ਵਾਪਰ ਗਈ। ਜਦੋਂ ਆਪਣੇ ਦੋਸਤਾਂ ਨੂੰ ਉਹਨਾਂ ਦੇ ਘਰੋਂ ਘਰੀ ਛੱਡ ਕੇ ਆਪਣੇ ਘਰ ਨੂੰ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਇਹਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਤੇ ਹਾਦਸਾ ਜਾਨਲੇਵਾ ਹੋ ਗਿਆ। ਇਹਦੇ ਤੋਂ ਬਾਅਦ ਇਹਦੇ ਮਾਪਿਆਂ ਨੇ ਦੱਸਿਆ ਕਿ ਸਾਨੂੰ ਕੋਈ ਇਲਮ ਨਹੀਂ ਸੀ, ਸਾਨੂੰ ਕਿਸੇ ਪੁਲਿਸ ਦਾ ਫੋਨ ਨਹੀਂ ਆਇਆ। ਉਹ ਕਹਿੰਦੇ ਪ੍ਰਭਦੀਪ ਦੇ ਦੋਸਤਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਪ੍ਰਭਦੀਪ ਹੁਣ ਇਸ ਦੁਨੀਆ ਤੇ ਨਹੀਂ ਰਿਹਾ। ਤੁਸੀਂ ਵੇਖੋ ਕਿ ਮਾਪਿਆਂ ਦੀ ਕਿਵੇਂ ਦੁਨੀਆ ਉਜੜੀ। ਹੁਣ ਮੈਂ ਪਹਿਲਾਂ ਗਗਨਦੀਪ ਵੀ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਆ ਕੇ ਪੱਕਾ ਹੋਇਆ, ਹੁਣ ਪ੍ਰਭਦੀਪ ਨੂੰ 9 ਮਹੀਨੇ ਹੋਏ ਸੀ ਹਾਲੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਆਇਆ ਨੂੰ। ਤੇ ਅਗਲੀ ਖਬਰ ਵੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਹੈ ਤੇ ਇਸ ਵਿਦਿਆਰਥੀ ਦਾ ਨਾਮ ਹੈ ਅਮਰਿੰਦਰ ਸਿੰਘ ਸੰਧੂ। ਅਮਰਿੰਦਰ ਸਿੰਘ ਸੰਧੂ ਦੇ ਪਿਤਾ ਦਾ ਨਾਮ ਹੈ ਮਲਕੀਤ ਸਿੰਘ। ਸਿਰਫ 21 ਵਰ੍ਹਿਆਂ ਦਾ ਸੀ ਅਮਰਿੰਦਰ
ਆ ਬੀਤੀ 17 ਤਰੀਕ ਨੂੰ ਸਰੀ ਦੇ ਵਿੱਚੋਂ ਇਸ ਵਿਅਕਤੀ ਦੀ, ਇਸ ਨੌਜਵਾਨ ਦੀ ਘਰ ਦੇ ਵਿੱਚੋਂ ਲਾਸ਼ ਮਿਲੀ ਹੈ। ਇਹ ਵੀ ਇੱਕ ਦੁਖਦਾਇਕ ਹੈ। ਮਾਪਿਆਂ ਦੇ ਪੁੱਤ ਭਾਵੇਂ 5 ਹੋਣ ਭਾਵੇਂ 7 ਹੋਣ, ਮਾਪੇ ਪੁੱਤ ਦੀ ਅਰਥੀ ਆਪਣੇ ਮੋਢਿਆਂ ਤੇ ਕਦੇ ਨਹੀਂ ਚੁੱਕਣਾ ਚਾਹੁੰਦੇ। ਹੁਣ ਇਸ ਨੌਜਵਾਨ ਦੇ ਨਾਲ ਇਹ ਵੀ ਗੱਲ ਜੁੜੀ ਹੋਈ ਹੈ ਕਿ ਇਹ ਵੀ ਮਾਪਿਆਂ ਦੀ ਇਕੱਲੀ ਔਲਾਦ ਸੀ। ਮਾਪਿਆਂ ਨੇ ਇਹਦੇ ਵੀ ਸੁਨਹਿਰੀ ਭਵਿੱਖ ਨੂੰ ਲੈ ਕੇ ਹੀ ਕੈਨੇਡਾ ਭੇਜਿਆ ਸੀ, ਪਰ ਸ਼ਾਇਦ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ। ਹੁਣ ਜਿਹੜੀ ਵਿੱਚੋਂ ਵਿੱਚ ਜਾਣਕਾਰੀ ਮਿਲੀ ਹੈ ਭਰੋਸੇਯੋਗ ਵਸੀਲਿਆਂ ਤੋਂ, ਮੈਨੂੰ ਇਸ ਗੱਲ ਦਾ ਪਤਾ ਲੱਗਾ ਹੈ ਕਿ ਅਮਰਿੰਦਰ ਅਸਲ ਦੇ ਵਿੱਚ ਇੰਸਟਾਗ੍ਰਾਮ ਦੇ ਰਾਹੀਂ ਇੱਕ ਕੁੜੀਆਂ ਦੇ ਗਰੁੱਪ ਦੇ ਨਾਲ ਕਾਫੀ ਗੱਲਾਂ ਬਾਤਾਂ ਕਰਦਾ ਸੀ ਤੇ ਲੜਕੀਆਂ ਉਹ ਮੁਸਲਿਮ ਦੱਸੀਆਂ ਜਾ ਰਹੀਆਂ ਨੇ। ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਇੰਗਲੈਂਡ ਤੋਂ ਬੜੀਆਂ ਆਈਆਂ ਸੀ ਕਿ ਇੰਗਲੈਂਡ ਦੇ ਵਿੱਚ ਜਾਂ ਤਾਂ ਲੜਕੀਆਂ ਸਿੱਖਾਂ ਦੀਆਂ ਜਾਂ ਲੜਕਿਆਂ ਨੂੰ ਧਰਮ ਤਬਦੀਲੀ ਦੇ ਕਾਰਨ ਕਿਸੇ ਨਾ ਕਿਸੇ ਮੱਕੜ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਹੁਣ ਇਸ ਨੌਜਵਾਨ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਪਤਾ ਲੱਗ ਰਹੀ ਹੈ ਕਿ ਉਹਨਾਂ ਲੜਕੀਆਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਕਿਹਾ ਕਿ ਸਾਨੂੰ ਸਰਦਾਰ ਮੁੰਡੇ ਬੜੇ ਪਸੰਦ ਹੈ, ਫਿਰ ਤੂੰ ਬੜਾ ਹੈਂਡਸਮ ਹੈ, ਤੂੰ ਬੜਾ ਸੁਨੱਖਾ ਹੈ, ਤੂੰ ਬੜਾ ਸੋਹਣਾ ਹੈ, ਅਸੀਂ ਤੈਨੂੰ ਪਸੰਦ ਕਰਦੀ ਹਾਂ। ਉਹਦੇ ਤੋਂ ਬਾਅਦ ਇੰਸਟਾਗ੍ਰਾਮ ਦੇ ਜ਼ਰੀਏ ਇਹਨਾਂ ਦੀ ਗੱਲਬਾਤ ਹੋਣ ਲੱਗੀ ਤੇ ਕਈ ਮਹੀਨਿਆਂ ਤੋਂ ਲਗਾਤਾਰ ਉਹਨਾਂ ਲੜਕੀਆਂ ਦੇ ਇਹ ਸੰਪਰਕ ਵਿੱਚ ਸੀ। ਉਹਦੇ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਪੜ੍ਹਨ ਦੇ ਨਾਲ ਨਾਲ ਜਿਹੜਾ ਇਹ ਕੰਮ ਕਰਦਾ ਸੀ, ਜਿੰਨੀ ਕੁ ਕਮਾਈ ਹੁੰਦੀ ਸੀ ਆਪਣੇ ਖਰਚਿਆਂ ਤੋਂ ਇਲਾਵਾ ਜਿਹੜੇ ਡਾਲਰ ਇਹਦੇ ਕੋਲ ਬਚਦੇ ਸੀ, ਉਹ ਵੀ ਉਹਨਾਂ ਨੂੰ ਭੇਜਦਾ। ਪੰਜਾਬ ਦੇ ਵਿੱਚੋਂ ਵੀ ਪਤਾ ਲੱਗਿਆ ਕਿ ਇਕੱਲਾ ਪੁੱਤ ਸੀ ਮਾਪਿਆਂ ਦਾ। ਪਿਤਾ ਜੀ ਇਹਦੇ ਪੁਲਿਸ ਵਿੱਚ ਮੇਰਾ ਖਿਆਲ ਸ਼ਾਇਦ ਥਾਣੇਦਾਰ ਨੇ। ਉੱਥੋਂ ਵੀ ਜਿੰਨੇ ਕੁ ਪੈਸੇ ਇਹ ਮੰਗਵਾ ਸਕਦਾ ਮੰਗਵਾ ਕੇ ਉਹ ਵੀ ਉਹਨਾਂ ਲੜਕੀਆਂ ਤੱਕ ਇਹ ਪੁੱਜਦੇ ਕਰਦਾ। ਕੈਨੇਡਾ ਦੇ ਵਿੱਚ ਹੁਣ ਇਸ ਨੌਜਵਾਨ ਦਾ ਕੋਈ ਹੋਰ ਰਿਸ਼ਤੇਦਾਰ ਨਹੀਂ, ਮਾਪੇ ਪੰਜਾਬ ਦੇ ਵਿੱਚ ਵਿਲਕ ਰਹੇ ਨੇ। ਇਹਦੇ ਨਾਂ ਦੇ ਉੱਤੇ ਹੁਣ ਇੱਕ GoFundMe ਵੀ ਚਲਾਇਆ ਜਾ ਰਿਹਾ ਤਾਂ ਕਿ ਆਪਣੇ ਇਸ ਨੌਜਵਾਨ ਪੁੱਤ ਨੂੰ ਆਖਰੀ ਵਾਰ ਉਹ ਵੇਖ ਸਕਣ, ਭਾਵੇਂ ਵਾਪਰਿਆ ਕੁਝ ਵੀ ਹੋਵੇ। ਹੁਣ ਇਹ ਤਾਂ ਉਹ ਰਾਜ ਆਪਣੇ ਨਾਲ ਲੈ ਗਿਆ ਕਿ ਦਰਅਸਲ ਇਹਨੂੰ ਖੁਦਕੁਸ਼ੀ ਕਿਉਂ ਕਰਨੀ ਪੈ ਗਈ। ਕਈ ਜਾਣੇ ਰਹਿੰਦੇ ਸੀ ਪਰ ਉਸ ਵਕਤ ਘਰ ਦੇ ਵਿੱਚ ਇਕੱਲਾ ਸੀ। ਜਦੋਂ ਆ ਕੇ ਵੇਖਿਆ ਤੇ ਇਸ ਨੇ ਆਪਣੀ ਪੱਗ ਦੇ ਨਾਲ ਫਾਹਾ ਲੈ ਲਿਆ ਸੀ। ਕਿ ਮੁਸਲਿਮ ਕੁੜੀਆਂ ਦੇ ਨਾਲ ਕੋਈ ਤਕਰਾਰ ਹੋਇਆ ਜਾਂ ਕਹਾਣੀ ਕੋਈ ਹੋਰ ਹੋਈ, ਪਰ ਇਹ ਗੱਲ ਮੰਨ ਕੇ ਚੱਲੀਏ ਕਿ ਇਹਦੀ ਜਾਨ ਦਾ ਕਾਰਨ ਕੋਈ ਨਾ ਕੋਈ ਜ਼ਰੂਰ ਬਣਿਆ ਹੋਣਾ। ਨਹੀਂ ਤੇ ਇਸ ਤਰ੍ਹਾਂ ਦੇ ਇੱਕ ਖੂਬਸੂਰਤ ਮੁਲਕ ਵਿੱਚ ਆ ਕੇ ਸੁਨਹਿਰੇ ਸੁਪਨੇ ਲੈ ਕੇ ਚੰਗੇ ਕਾਲਜ ਵਿੱਚ ਪੜ੍ਹਨ ਵਾਲਾ ਨੌਜਵਾਨ ਬੱਚਾ ਇਸ ਤਰ੍ਹਾਂ ਦਾ ਕੰਮ ਨਹੀਂ ਕਰਦਾ। ਸੋ ਅਸੀਂ ਇਹਨਾਂ ਸਾਰੀਆਂ ਵਿਛੜੀਆਂ ਰੂਹਾਂ ਵਾਸਤੇ ਜਿੱਥੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ, ਉੱਥੇ ਇਹਨਾਂ ਦੇ ਮਾਪਿਆਂ ਦੇ ਨਾਲ, ਪਰਿਵਾਰਾਂ ਦੇ ਨਾਲ ਵੀ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਅਗਲੀ ਖਬਰ, ਇਹ ਵੀ ਬੜੀ ਮੰਦਭਾਗੀ ਜੀ ਖਬਰ ਹੈ। ਇਹ ਖਬਰ ਬਰਤਾਨੀਆ ਦੇ ਵਿੱਚੋਂ ਮਿਲ ਰਹੀ ਹੈ। ਬਨੀਤ ਸਿੰਘ ਪੰਜਾਬੀ ਟੈਕਸੀ ਡਰਾਈਵਰ, ਪੰਜਾਬ ਦੇ ਵਿੱਚ ਜਨਮਿਆ ਤੇ ਅੱਜ ਕੱਲ੍ਹ ਬਰਤਾਨੀਆ ਦੇ ਵਿੱਚ ਰਹਿੰਦਾ। ਦਰਅਸਲ ਇਹ ਟੈਕਸੀ ਡਰਾਈਵਰ ਨਹੀਂ ਸੀ, ਪਹਿਲਾਂ ਇਹ ਇੱਕ ਸੰਗੀਤ ਦਾ ਟੀਚਰ ਸੀ। ਪਰ ਬੀਤੇ ਦਿਨਾਂ ਦੇ ਵਿੱਚ COVID-19 ਦੇ ਕਾਰਨ ਇਸ ਵਿਅਕਤੀ ਦੀ, ਵਨੀਤ ਦੀ ਜੌਬ ਛੁੱਟ ਗਈ ਤੇ ਫਿਰ ਤੁਹਾਨੂੰ ਪਤਾ ਕਿ ਪਰਿਵਾਰ ਦੀ ਪਾਲਣਾ ਤੇ ਕਰਨੀ ਆ, ਗੁਜ਼ਾਰੇ ਤੇ ਕਰਨੇ ਤੇ ਟੈਕਸੀ ਚਲਾਉਣ ਲੱਗਿਆ। ਹੁਣ ਜਾਣਕਾਰੀ ਜਿਹੜੀ ਮਿਲ ਰਹੀ ਹੈ ਉਹਦੇ ਮੁਤਾਬਕ ਇਹਨਾਂ ਨੇ ਕੁਝ ਯਾਤਰੀਆਂ ਨੂੰ ਚੁੱਕਿਆ, ਟੈਕਸੀ ਦੇ ਵਿੱਚ ਬਿਠਾ ਲਿਆ, ਪਰ ਸਫ਼ਰ ਦੌਰਾਨ ਉਹਨਾਂ ਜਿਹੜੇ ਯਾਤਰੂ ਸਨ ਉਹਨਾਂ ਨੇ ਬਦਸਲੂਕੀ, ਕੁੱਟਮਾਰ ਕਰਨੀ ਇਹਨਾਂ ਨਾਲ ਸ਼ੁਰੂ ਕਰ ਦਿੱਤੀ। ਇਹਦੇ ਤੋਂ ਬਾਅਦ ਯੂਕੇ ਪੁਲਿਸ ਨੇ ਇੱਕ ਮਾਮਲਾ ਵੀ ਰਜਿਸਟਰ ਕਰ ਲਿਆ, ਪਰਚਾ ਵੀ ਦਰਜ ਕਰ ਲਿਆ, ਜਾਂਚ ਵੀ ਆਰੰਭ ਦਿੱਤੀ ਹੈ। ਪਰ ਟੈਕਸੀ ਡਰਾਈਵਰ ਦੇ ਦੱਸਣ ਮੁਤਾਬਕ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਇੱਕ ਕਸੀਨੋ ਤੋਂ ਇਹਨਾਂ ਨੇ ਕੁਝ ਯਾਤਰੀਆਂ ਨੂੰ ਆਪਣੀ ਟੈਕਸੀ ਦੇ ਵਿੱਚ ਬਿਠਾਇਆ। ਵਨੀਤ ਹਾਲੇ 41 ਵਰ੍ਹਿਆਂ ਦਾ ਨੌਜਵਾਨ ਹੈ। ਇਹਨੇ ਦੱਸਿਆ ਕਿ 4 ਵਿਅਕਤੀ ਉਸ ਕਸੀਨੋ ਤੋਂ ਮੇਰੀ ਟੈਕਸੀ ਦੇ ਵਿੱਚ ਬੈਠੇ, ਟੈਕਸੀ ਦੇ ਵਿੱਚ ਮੇਰੇ ਨਾਲ ਖਹਿਬੜਨ ਲੱਗੇ। ਉਹਨਾਂ ਵਿੱਚੋਂ ਇੱਕ ਨੇ ਮੇਰੇ ਸਿਰ ਦੇ ਵਿੱਚ ਜ਼ੋਰਦਾਰ ਮੁੱਕਾ ਮਾਰਿਆ, ਥੱਪੜ ਮਾਰਿਆ। ਉਹਨਾਂ ਨੇ ਮੇਰੀ ਬਾਅਦ ਦੇ ਵਿੱਚ ਦਾੜੀ ਵੀ ਕੱਟ ਦਿੱਤੀ। ਉਹ ਕਹਿੰਦਾ ਮੈਨੂੰ ਹਮਲਾਵਰ ਇਹ ਪੁੱਛਣ ਲੱਗੇ ਸਭ ਤੋਂ ਪਹਿਲਾਂ, ਜਿੱਥੋਂ ਗੱਲ ਸ਼ੁਰੂ ਹੋਈ ਤੂੰ ਮੈਂ ਹੋਣ ਲੱਗੀ, ਕਿਉਂਕਿ ਇਹ ਜੇ ਕੋਈ ਕਵੇ ਨਾ ਕਿ ਸਾਨੂੰ ਤਾਲਿਬਾਨਾਂ ਦੇ ਵਿੱਚ, ਸਾਨੂੰ ਮੁਸਲਮਾਨਾਂ ਦੇ ਵਿੱਚ, ਸਾਨੂੰ ਸਿੱਖਾਂ ਦੇ ਵਿੱਚ ਫਰਕ ਨਜ਼ਰ ਨਹੀਂ ਆਉਂਦਾ, ਤਾਂ ਉਹ ਸਰਾਸਰ ਝੂਠ ਬੋਲ ਰਹੇ ਹੈ। ਜੇ ਅੱਜ ਹਰਜੀਤ ਸਿੰਘ ਸੱਜਣ ਕੈਨੇਡਾ ਦੇ ਡਿਫੈਂਸ ਮਿਨਿਸਟਰ ਕੌਣ ਨੇ, ਕਿਸ ਨੂੰ ਹਾਲੇ ਵੀ ਪਤਾ ਨਹੀਂ ਲੱਗਦਾ ਕਿ ਉਹ ਮੁਸਲਿਮ ਨੇ ਕਿ ਉਹ ਸਿੱਖ ਨੇ। ਜੇ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਰਹਿਣ ਤੋਂ ਬਾਅਦ ਵੀ ਪਤਾ ਨਹੀਂ ਲੱਗਦਾ, ਹੋਰ ਵੀ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਤਾਂ ਉਹ ਬਿਲਕੁਲ ਵਿਅਕਤੀ ਝੂਠ ਬੋਲ ਰਹੇ ਨੇ। ਉਹਨਾਂ ਨੇ ਵੀ ਇਹਨਾਂ ਨੂੰ ਇਹੀ ਪੁੱਛਿਆ ਕਿ ਤਾਲਿਬਾਨ ਹੈ। ਫਿਰ ਉਹਨਾਂ ਵਿੱਚੋਂ ਵਨੀਤ ਦੇ ਦੱਸਣ ਮੁਤਾਬਕ ਇੱਕ ਵਿਅਕਤੀ ਨੇ ਮੇਰੀ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ।
ਤੇ ਜਦੋਂ ਇਹ ਸਾਰਾ ਕੁਝ ਹੋਣ ਲੱਗਿਆ, ਇੱਕ ਨੇ ਮੇਰੇ ਥੱਪੜ ਮਾਰਿਆ ਪਿੱਛੋਂ, ਇੱਕ ਨੇ ਮੇਰੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਕਹਿੰਦੇ ਮੈਂ ਡਾਢਾ ਘਬਰਾ ਗਿਆ। ਹੁਣ ਉਹ ਇੰਨੀ ਕੁ ਘਬਰਾਹਟ ਵਿੱਚ ਨੇ ਭਾਵੇਂ ਮਾਮਲਾ ਦਰਜ ਕਰ ਲਿਆ ਗਿਆ, ਉਹ ਕਹਿੰਦੇ ਦੇਖੋ ਅੱਧੀ ਖਾ ਲੂੰ ਪਰ ਰਾਤ ਨੂੰ ਹੁਣ ਮੈਂ ਅੱਜ ਤੋਂ ਬਾਅਦ ਟੈਕਸੀ ਨਹੀਂ ਚਲਾਉਣੀ, ਮੈਂ ਹਾਲੇ ਵੀ ਬਹੁਤ ਡਰਿਆ ਹੋਇਆ। ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਮੈਂ ਟੈਕਸੀ ਚਲਾ ਰਿਹਾ ਸੀ ਤਾਂ ਚਾਰਾਂ ਵਿੱਚੋਂ ਸਭ ਤੋਂ ਪਹਿਲਾਂ ਇੱਕ ਨੇ ਇਹ ਬਦਸਲੂਕੀ ਸ਼ੁਰੂ ਕੀਤੀ। ਉਹਨਾਂ ਵਿੱਚੋਂ ਇੱਕ ਨੇ ਮੇਰੀ ਪੱਗ ਉਤਾਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕੀਤੀ, ਫਿਰ ਇੱਕ ਹੋਰ ਨੇ ਮੇਰੇ ਚਪੇੜ ਮਾਰ ਦਿੱਤੀ, ਥੱਪੜ ਮਾਰਿਆ। ਤੇ ਜਦੋਂ ਕਹਿੰਦਾ ਮੈਂ ਉਹਨਾਂ ਨੂੰ ਦੱਸਣ ਲੱਗਿਆ ਕਿ ਭਾਈ ਸਾਡੀ ਦਸਤਾਰ ਕੀ ਹੁੰਦੀ ਹੈ, ਇਹਦੀ ਅਹਿਮੀਅਤ ਕੀ ਹੈ, ਇਹਦੀ ਮਹੱਤਤਾ ਕੀ ਹੈ, ਕਹਿੰਦੇ ਉਹ ਮੇਰੀ ਗੱਲ ਸੁਣਨੀ ਨਹੀਂ ਸੀ ਚਾਹੁੰਦੇ। ਹੁਣ ਟੇਮਜ਼ ਵੈਲੀ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਜੇਕਰ ਕਿਸੇ ਵਿਅਕਤੀ ਨੇ ਇਹ ਘਟਨਾ ਵਾਪਰਦੀ ਵੇਖੀ ਹੋਵੇ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕੀਤੀ ਜਾਵੇ। ਹੁਣ ਵਨੀਤ ਸਿੰਘ ਬਰਕਸ਼ਾਇਰ ਦੇ ਸਲੋ ਦੇ ਸਕੂਲ ਵਿੱਚ ਅਸਲ ਦੇ ਵਿੱਚ ਪਹਿਲਾਂ ਸੰਗੀਤ ਦਾ ਇੱਕ ਅਧਿਆਪਕ ਸੀ, ਪਰ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਕੋਵਿਡ ਨੇ ਨੌਕਰੀ ਗਵਾਉਣ ਤੋਂ ਬਾਅਦ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਟੈਕਸੀ ਚਲਾਈ ਜਾਵੇ। ਹੁਣ ਉਹਦੀ ਘਰਵਾਲੀ ਵੀ ਹੈ, 3 ਉਹਦੇ ਬੱਚੇ ਵੀ ਨੇ, ਅਤੇ ਇਸ ਕਰਕੇ ਉਹਨਾਂ ਨੇ ਟੈਕਸੀ ਚਲਾਉਣੀ ਸ਼ੁਰੂ ਕਰ ਦਿੱਤੀ ਸੀ। ਤੇ ਪਰ ਹੁਣ ਉਹ ਕਹਿੰਦੇ ਕੁਝ ਵੀ ਹੋ ਜੇ ਰਾਤ ਨੂੰ ਟੈਕਸੀ ਨਹੀਂ ਚਲਾਉਣੀ। ਤੇ ਅਗਲੀ ਬੜੀ ਅਹਿਮ ਖਬਰ ਹੈ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀ। ਖਬਰ ਕੋਈ ਵੀ ਹੋਵੇ, ਇਹ ਨਹੀਂ ਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਉਹਦੇ ਵਿੱਚ ਕੋਈ ਅਪਡੇਟ ਆਵੇ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਤੁਹਾਨੂੰ ਯਾਦ ਹੋਣਾ ਕਿ ਲਗਭਗ 29 ਵਰ੍ਹੇ ਪੁਰਾਣਾ ਮਾਮਲਾ ਹੈ। ਸਾਬਕਾ IAS ਅਫਸਰ ਦੇ ਪੁੱਤਰ ਸਿਟਕੋ ਦੇ ਜੂਨੀਅਰ ਇੰਜੀਨੀਅਰ ਜੇਈ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕ ਲਿਆ ਸੀ। ਲਗਭਗ 3 ਦਹਾਕੇ ਬੀਤਣ ਵਾਲੇ ਆ। ਘਰੋਂ ਜ਼ਬਰੀ ਅਗਵਾ ਕੀਤਾ ਗਿਆ, ਭੇਦ ਭਰੀ ਹਾਲਤ ਵਿੱਚ ਲਾਪਤਾ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਕਤਲ ਵਰਗੇ ਗੰਭੀਰ ਦੋਸ਼ਾਂ ਦਾ ਹੁਣ ਸਾਹਮਣਾ ਕਰ ਰਹੇ ਨੇ ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸੈਣੀ। ਹੁਣ ਤੁਹਾਨੂੰ ਪਤਾ ਹੋਣਾ ਕਿ ਮੋਹਾਲੀ ਦੀ ਅਦਾਲਤ ਨੇ ਜਦੋਂ ਅਗਾਊਂ ਜ਼ਮਾਨਤ ਰੱਦ ਕੀਤੀ, ਹਾਈ ਕੋਰਟ ਨੇ ਅਗਾਊਂ ਜ਼ਮਾਨਤ ਰੱਦ ਕੀਤੀ, ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਸੁਪਰੀਮ ਕੋਰਟ ਨੇ ਭਾਵੇਂ ਕੁਝ ਹਫ਼ਤਿਆਂ ਦੀ ਗ੍ਰਿਫਤਾਰੀ ਤੇ ਤਾਂ ਰੋਕ ਲਾ ਦਿੱਤੀ ਸੀ, ਪਰ ਉਹਨਾਂ ਕਿਹਾ ਸੀ ਕਿ ਜਿਹੜੀ ਸਿੱਟ ਜਾਂਚ ਕਰ ਰਹੀ ਹੈ ਨਾ, ਉਹਦੇ ਵਿੱਚ ਤੁਹਾਨੂੰ ਸਹਿਯੋਗ ਕਰਨਾ ਪਏਗਾ। ਹੁਣ ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਨੋਟਿਸ ਜਾਰੀ ਕਰ ਦਿੱਤਾ ਗਿਆ। ਸੁਮੇਧ ਸੈਣੀ ਨੂੰ ਆਖਿਆ ਗਿਆ ਕਿ ਮਟੌਰ ਥਾਣੇ ਦੇ ਵਿੱਚ ਸਿੱਟ ਦੇ ਕੋਲ 23 ਸਤੰਬਰ ਦੀ ਸਵੇਰ 11 ਵਜੇ ਤਫਤੀਸ਼ ਕਰਨੀ ਹੈ, ਸਾਹਮਣੇ ਆ ਕੇ ਬੈਠੇ ਹੋ। ਹੁਣ ਸੁਮੇਧ ਸੈਣੀ ਨੂੰ ਤਾਂ ਪਤਾ ਹੀ ਹੋਣਾ ਕਿ ਪੁਲਿਸ ਵਾਲੇ ਕਿਵੇਂ ਤਫਤੀਸ਼ ਕਰਦੇ ਹੁੰਦੇ ਆ। ਹੁਣ ਤਫਤੀਸ਼ ਦੇ ਵਿੱਚ ਉਹ ਜਾਂਦੇ ਆ, ਜਾਂਚ ਦਿੰਦੇ ਆ, ਸਹਿਯੋਗ ਦਿੰਦੇ ਆ। ਇਹ ਜੋ ਵੀ ਕੱਲ੍ਹ ਨੂੰ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਯਾਦ ਕਰਾ ਦਿਆਂ ਕਿ 15 ਸਤੰਬਰ ਦਾ ਦਿਨ ਸੀ ਜਦੋਂ ਸੁਪਰੀਮ ਕੋਰਟ ਚੋਂ ਅਰਜ਼ੀ ਜ਼ਮਾਨਤ ਕਰਵਾਉਣ ਦੇ ਬਾਵਜੂਦ ਹਾਲੇ ਤੱਕ ਸਾਬਕਾ DGP ਪੁਲਿਸ ਕੋਲ ਕਦੇ ਵੀ ਸ਼ਾਮਲ ਜਾਂਚ ਦੇ ਵਿੱਚ ਹੋਏ ਨਹੀਂ। ਜਦੋਂ ਕਿ ਸੁਪਰੀਮ ਕੋਰਟ ਨੇ ਗੱਲ ਆਖੀ ਸੀ ਕਿ ਤੁਹਾਡੀ ਗ੍ਰਿਫਤਾਰੀ ਤੇ ਤਾਂ ਰੋਕ ਲੱਗ ਰਹੀ ਆ, ਆਰਜ਼ੀ ਤੌਰ ਤੇ, ਪੱਕੇ ਤੌਰ ਤੇ ਨਹੀਂ, ਪਰ ਤੁਹਾਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਦੇਣਾ ਪਏਗਾ। ਪਰ ਹੁਣ ਉਹ ਸਹਿਯੋਗ ਦਿੰਦੇ ਹੈ ਜਾਂ ਨਹੀਂ ਦਿੰਦੇ, ਹਾਲੇ ਤੱਕ ਪੁਲਿਸ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੇ ਇਹ ਆਖ ਦਿੱਤਾ ਕਿ ਮੈਂ ਜਾਂਚ ਵਿੱਚ ਸਹਿਯੋਗ ਦੇਣ ਵਾਸਤੇ ਮਟੌਰ ਥਾਣੇ ਵਿੱਚ ਆਵਾਂਗਾ ਜਾਂ ਨਹੀਂ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਇੱਕ ਖਬਰਾਂ। ਜੇ ਸੱਚਮੁੱਚ ਚੰਗੀਆਂ ਲੱਗੀਆਂ ਨੇ, ਕਹਿਣ ਦਾ ਭਾਵ ਜੇ ਜਾਣਕਾਰੀ ਸਟੀਕ ਲੱਗੀ ਹੈ, ਤੁਹਾਨੂੰ ਪੁਖਤਾ ਲੱਗੀ ਹੈ, ਕਿਉਂਕਿ ਵਿੱਚ ਖਬਰਾਂ ਮੰਦਭਾਗੀਆਂ ਨੇ ਵੀ ਨੇ, ਦਿਲਚਸਪੀ ਨੇ, ਕੁਝ ਪੁਰਾਣੀਆਂ ਖਬਰਾਂ ਦੀ ਅਪਡੇਟ ਵੀ ਹੈ। ਇਹ ਸਾਰੀਆਂ ਖਬਰਾਂ ਮੈਂ ਚਾਹੁੰਦਾ ਕਿ ਹੋਰਨਾਂ ਦਰਸ਼ਕਾਂ ਤੱਕ ਪੁੱਜਦੀਆਂ ਹੋਣ। ਲਾਈਕ ਤੇ ਸ਼ੇਅਰ ਕਰਨ ਵਾਲੀ ਕਸਰ ਨਾ ਰੱਖਿਓ। ਤੇ ਇਹਦੇ ਨਾਲ ਜੇਕਰ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਇੱਕ ਵਾਰੀ ਫਿਰ ਬੇਨਤੀ ਹੈ ਜ਼ਰੂਰ ਕਰ ਲਿਓ। ਇਸ ਦੇ ਨਾਲ ਹੀ ਕੱਲ ਫਿਰ ਮਿਲਾਂਗੇ, ਪਰ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।